जब लो नहीं भाग लिलार्योदय, तब लो भ्रमते फिरते बहुतायो। कल घोर समुद्र में बूढ़त थे, कबहू मिट है नहीं रे पछतायो। तत् विचार जह मथुरा, जग तारण को अवतार बनायो। जप्यो जिन अर्जन देव गुरु, फिर संकट जोन गर्व न आयो। तरण गगन नवखंड में, जोत स्वरूपी रहो पर। पन मथुरा कछ भेद नहीं, गुरु अर्जन प्रतख हर। पन मथुरा कछ भेद नहीं, गुरु अर्जन प्रतख हर। वाहिगुरु जी का खालसा, वाहिगुरु जी की फतेह। परम सत्कारयोग गुरु रूप खालसा साध संगत जी, आप बड़े लंबे समय तो सचखंड श्री हरिमंदिर साहिब दे हजूरी रागी ਸਿੰਘਾਂ ਦੇ ਪਾਸੋਂ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਇਸ ਸ਼ਹੀਦੀ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹਾਂ। ਕਾਫੀ ਸਮੇਂ ਤੋਂ ਆਪ सतगुरु जी की पवित्र हजूरी जुड़मिल बैठे हो। हर साल की तरह दमदमी टकसाल के मुखी महापुरख संत ज्ञानी हरनाम सिंह जी खालसा ने बाबाणियां कहानियां पुत सुपुत करेण दे महावाक नूं सफला करन वास्ते ये शहीदी और श्रद्धांजलि समागम रखिया है। पिछले दिनों दे विच संगतां ने बड़ी श्रद्धा और बड़ी कृतज्ञता दे नाल साहिब गुरु अर्जन देव जी महाराज के कीते उपकारां नूं उन्हां दी अदुੱਤੀ शहादत नूं याद कीता। क्योंकि मनाउणा ये मनाए जाते हैं गुरपुरब प्रकाश पुरब होवे या गुरगद्दी दिवस होवे, ये गुरपुरब मनाए जाते हैं। ਜਿਹੜੇ ਸਾਡੇ गुरु साहिबान दे ज्योति जोत समाउण दे गुरपुरब या इस तरह के शहीदी समागम, इन्हां दी बाबत आपां इउं नहीं कह सकते कि शहीदी समागम मनाया जा रहा है या एक घल्लूघारा दिवस मनाया जा रहा है। ये तो आपां
ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਸੋ ਆਪ ਸਰਬਤ ਸੰਗਤਾਂ ਨੂੰ ਇਹ ਗੱਲ ਵੀ ਭਲੀ ਪ੍ਰਕਾਰ ਜ਼ਰੂਰ ਪਤਾ ਹੋਵੇਗੀ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ, ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇਹ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੋਈਆਂ ਸਨ। ਜ਼ਿਆਦਾਤਰ ਨੁਕਸਾਨ ਉਹਨਾਂ ਸੰਗਤਾਂ ਨੂੰ ਉਠਾਉਣਾ ਪਿਆ ਜਿਨ੍ਹਾਂ ਦਾ ਕਿਸੇ ਮੂਵਮੈਂਟ ਦੇ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਸੀ। ਇਹਨਾਂ ਗੱਲਾਂ ਦਾ ਨਤੀਜਾ ਉਹ ਸਾਰੇ ਸੰਸਾਰ ਨੇ ਦੇਖਿਆ ਹੈ। ਫਿਰ ਸਰਕਾਰ ਦੀ ਉਸ ਕਾਰਵਾਈ ਵਜੋਂ ਸਿੱਖ ਜਗਤ ਨੇ ਆਪਣਾ ਪ੍ਰਤੀਕਰਮ ਦਿੱਤਾ, ਉਹ ਸਾਰੇ ਸੰਸਾਰ ਤੇ ਵਿਦਿਤ ਹੈ। ਕਿਤਨੀ ਜਾਗਰਤੀ ਆਈ ਸਿੱਖ ਕੌਮ ਦੇ ਵਿੱਚ, ਖਾਸ ਕਰ ਸਿੱਖ ਨੌਜਵਾਨ ਪੀੜ੍ਹੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਗੁਰੂ ਚਰਨਾਂ ਦੇ ਨਾਲ ਜੁੜੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਤੇ ਚੜ੍ਹੇ। ਕੇਵਲ ਹਿੰਦੁਸਤਾਨ ਵਿੱਚ ਹੀ ਨਹੀਂ, ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਉਸ ਸਰਕਾਰੀ ਹਮਲੇ ਦਾ ਪ੍ਰਤੀਕਰਮ ਹੋਇਆ। ਮਹਾਂਪੁਰਖਾਂ ਦੀ ਕੀਤੀ ਕੁਰਬਾਨੀ ਨੂੰ ਆਪਣੀ ਸ਼ਰਧਾਂਜਲੀ ਦੇਣ ਵਾਸਤੇ ਜਾਂ ਉਹਨਾਂ ਪ੍ਰਤੀ ਆਪਣੀ ਕ੍ਰਿਤਗਤਾ ਪ੍ਰਗਟ ਕਰਨ ਵਾਸਤੇ ਬਹੁਤ ਸਾਰੇ ਗੁਰਸਿੱਖਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਸਿੱਖੀ ਦੀ ਸੇਵਾ ਵਾਸਤੇ, ਗੁਰਮਤਿ ਦੇ ਦਾਇਰੇ ਅੰਦਰ ਆਉਣ ਵਾਸਤੇ। ਉਹਨਾਂ ਨੇ ਆਪਣੇ ਵੱਲੋਂ ਭਰਪੂਰ ਯਤਨ ਕੀਤੇ ਔਰ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਆਓ ਸਾਧ ਸੰਗਤ ਰਾਗੀ ਸਿੰਘ ਜਦੋਂ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਕਰ ਰਹੇ ਸਨ, ਉਦਾਸ ਹੀ ਸੋਚ ਰਿਹਾ ਸੀ ਕਿ ਗੁਰਬਾਣੀ ਰਾਹੀਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਮਹਾਂਪੁਰਖਾਂ ਦਾ ਜਾਂ ਜਿਹੜੀ ਉਹਨਾਂ ਦੀ ਸ਼ਖਸੀਅਤ ਸੀ, ਉਸ ਦੀ ਮਾਨੋ ਤਸਵੀਰ ਬਣਾ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰ ਰਹੇ ਸਨ। ਸੂਰਬੀਰ ਉਹਦੀ ਪਰਿਭਾਸ਼ਾ ਦੇ ਰਹੇ ਸਨ। ਜੋ ਗੁਰਮੁਖਾਂ ਦੀ, ਸਾਧੂਆਂ ਦੀ ਇੱਕ ਤੇ ਬਾਹਰ ਦੀ ਰਹਿਤ ਹੋਇਆ ਕਰਦੀ ਹੈ। ਸਤਿਗੁਰੂ ਜੀ ਨੇ ਸਾਨੂੰ ਇਹ ਬਾਹਰ ਦੀ ਰਹਿਤ ਦਿੱਤੀ। ਸਿੱਖੀ ਦੀਆਂ 5 ਨਿਸ਼ਾਨੀਆਂ, ਨਿਸ਼ਾਨੇ ਸਿੱਖੀ 5 ਹਰਫ ਹਸਤ ਕਾਪ, ਹਰਗਿਜ਼ ਨਾ ਬਾਸ਼ਨੀ ਈ 5 ਮੁਆਪ। ਔਰ ਇੱਕ ਗੁਰਸਿੱਖ ਦੀ, ਸਾਧੂ ਦੀ ਅੰਦਰ ਦੀ ਰਹਿਤ ਹੋਇਆ ਕਰਦੀ ਹੈ। ਸੰਤ ਰਹਿਤ ਸੁਣੋ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ। ਜਿਨ੍ਹਾਂ ਦੀ ਮਹਿਮਾ ਕਿਸੇ ਕਥਨ ਦੇ ਵਿੱਚ ਨਹੀਂ ਆ ਸਕਦੀ, ਜਿਹੜੀ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਜਿਸ ਪੰਕਤੀ ਦੀ ਟੇਕ ਲੈ ਕੇ ਉਹਨਾਂ ਨੇ ਸ਼ਬਦ ਦਾ ਗਾਇਨ ਕੀਤਾ, ਸੂਰਬੀਰ ਬਚਨ ਕੇ ਬਲੀ। ਸੂਰਬੀਰ ਹੈ ਕੌਣ? ਆਪਣੀ ਨਿੱਜੀ ਦੁਸ਼ਮਣੀ ਦਾ ਬਦਲਾ ਲੈਣ ਵਾਲੇ, ਉਹ ਵੀ ਆਪਣੇ ਆਪ ਨੂੰ ਸੂਰਬੀਰ ਹੀ ਕਹਾਉਂਦੇ ਨੇ। ਜਾਂ ਫਿਰ ਮਜ਼ਲੂਮਾਂ ਦੇ ਉੱਪਰ
दीना दे उपर जुल्म करने वाले वो भी कहते ने असीं सूरबीर हाँ। पर जे गुरबाणी दे या गुरमत दे नुकते निगाह तो देखा जाए, सूरबीर ते उसनूं कहा जाता है जा कहो हर रंग लागो इस युग में सो कहियत है सूरा। जिन्होंने परमेश्वर के नाम का रंग लग्या है, जिन्हों की बिरती उस परमात्मा के अकाल पुरख वाहिगुरू के चरणों के नाल नाम के आसरे जुड़ी हुई है, उस सतगुरु जी ने उन्होंने सूरबीर कथन किया है। जिन्हों ने विकारां के उपर फतेह प्राप्त कर ली है। जिन मिल मारे पंच सूरबीर ऐसो कौन बली रे। जिन्हों ने पंज विकारां के उपर श्री गुरु शब्द कमाए, जिन जीते पंच विकार। गुरु के शब्द की कमाई करके जिन्हों ने पंज विकारां के उपर काम क्रोध आदिकां के उपर फतेह प्राप्त कर ली, शब्द की बरकत द्वारा श्री गुरु शब्द कमाए, जिन जीते पंच विकार। तिन संतन को बंदना सिर चरणन बरतार। विकारां के उपर फतेह पाउण वाले नानक सो सूरा वरियाम, जिन विचों दुष्ट अहंकरण मारिया। जिन्हों ने अपने अंदर के अहंकार नूं मार दिता, सूरबीर ते ओह है। उस सार संगत पिछे संगतां ने धन गुरु अर्जन देव जी महाराज का शहीदी जोड़ मेला या उन्हां दी याद दे विच समागम थां थां ते रखे गए। संसार के कोने कोने दे विच सिख जगत ने उन्हां दी कुर्बानी नूं याद कीता। उन्हां दी सूरबीरता का जिक्र भी भट्टा ने कीता है। गुरु अर्जन पुरख प्रमाण। साडे गुरु साहिबान किहो जिहे सूरमे सन। सो ऐसा नहीं कि वो केवल लोड़ पैण ते अपने प्राणों की आहुति देनी ही जानते सन। हुण साहिब गुरु अर्जन देव जी महाराज कैसे सूरबीर ने, किहड़ा उन्हां दे पास हथियार है। वो सार संगत पौराणिक इतिहास दे विचों इत्थे भट्टा ने एक दृष्टांत दिता है कि साहिब गुरु अर्जन देव जी महाराज ऐसे सूरमे ने। द्वापर युग दे विच भी एक पंजा पांडवां दे विचों अर्जन होया है, उसनूं भी बहुत वड्डा सूरबीर मन्निया गया है। उसकी तीर अंदाजी की प्रवीणता की गल अज तक की जाती है कि तीर अंदाजी दे विच अर्जन का कोई सानी नहीं सी। इतना वड्डा सूरबीर, इतना वड्डा योद्धा। पर यह भी एक इतिहास है। जो कुरुक्षेत्र के मैदानी जंग दे विच उसने सामने कैरवां की सेना देखी, जिन्हां दे नाल जंग करना है। उन्हां दे विच उसदे भरावां दे थां लगण वाले भी ने, जिहड़े उस्तादां दे थां लगण उस्ताद ने, बजुर्गां दे थां लगण वाले, भीष्म पितामह जैसे, द्रोणाचार्य जैसे, वो भी दूसरे धड़े दे नाल खड़े ने। कहते उस वेले अर्जन का मन चलायमान हो गया। उसके सामने एक आदर्श सी, जिहड़ा इंसान अपने आदर्श तो डोल जावे।
क्योंकि सार संग ਜਦੋਂ ਆਪਾਂ इतिहास ਦੇ ਕਿਸੇ ਵਾਕਿਆ ਜਾਂ ਕਿਸੇ ਘਟਨਾ ਦੀ ਬਾਬਤ ਵਿਚਾਰ ਕਰਦੇ ਆ ਨਾ, ਫਿਰ ਇਹ ਗੱਲ ਜ਼ਰੂਰੀ ਹੁੰਦੀ ਆ ਸਮਝਣੀ ਵੀ ਆਪਾਂ ਕਿਹੜੇ ਪੱਖ ਤੋਂ ਜਾਂ ਕਿਸ ਐਂਗਲ ਤੋਂ ਦੀ ਬਾਬਤ ਵਿਚਾਰ ਕਰ ਰਹੇ ਹਾਂ। ਹੁਣ ਜਿਸ ਐਂਗਲ ਤੋਂ ਵਿਚਾਰ ਆਪਾਂ ਕਰ ਰਹੇ ਹਾਂ ਤੇ ਅਰਜਨ ਦੇ ਸਾਹਮਣੇ ਇੱਕ ਆਦਰਸ਼ ਹੈ। ਅਰਜਨ ਉਸ ਆਦਰਸ਼ ਤੋਂ ਹੁਣ ਡੋਲ ਰਿਹਾ ਹੈ, ਕਿਉਂਕਿ ਛਤਰੀ ਦਾ ਕੰਮ ਹੈ ਜੰਗ ਕਰਨਾ। ਸਾਹਮਣੇ ਕੌਣ ਹੈ ਨਹੀਂ ਦੇਖਣਾ। ਉਸ ਦਾ ਮਨ ਤੇ ਹੋਗਾ ਚਲਾਇਮਾਨ, ਔਰ ਉਸ ਨੂੰ ਫਿਰ ਗਿਆਨ ਦੇਣ ਵਾਸਤੇ, ਆਪਣੇ ਆਦਰਸ਼ ਦੇ ਉੱਪਰ ਪਹਿਰਾ ਦੇਣ ਵਾਸਤੇ ਫਿਰ ਜਿਹੜੇ ਉਸ ਯੁੱਗ ਦੇ ਅਵਤਾਰ ਸਨ ਭਗਵਾਨ ਕ੍ਰਿਸ਼ਨ ਜੀ, ਉਹਨਾਂ ਨੂੰ ਗੀਤਾ ਦਾ ਉਚਾਰਨ ਕਰਨਾ ਪਿਆ। ਜਿਹੜਾ ਗੀਤਾ ਦਾ ਉਪਦੇਸ਼ ਅਰਜਨ ਦੇ ਪ੍ਰਥਾਏ ਦਿੱਤਾ ਗਿਆ, ਉਹ ਠੀਕ ਹੈ। ਜਿਹੜੇ ਸਨਾਤਨ ਮਤ ਦੇ ਪੈਰੋਕਾਰ ਨੇ ਸਾਰੇ ਗੀਤਾ ਪੜ੍ਹਦੇ ਨੇ, ਸਾਰੇ ਲਾਭ ਉਠਾਉਂਦੇ ਨੇ। ਜੋ ਭਗਵਾਨ ਕ੍ਰਿਸ਼ਨ ਜੀ ਨੇ ਸੰਦੇਸ਼ ਤੇ ਦਿੱਤਾ ਅਰਜਨ ਨੂੰ, ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਦੇ ਮਹਾਵਾਕ ਅਨੁਸਾਰ ਉਹ ਉਪਦੇਸ਼ ਤੇ ਹੁਣ ਸਾਰਿਆਂ ਵਾਸਤੇ ਹੀ ਹੈ ਵੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਉਹਦੀ ਅੰਸ਼ ਹੋਣ ਦੇ ਨਾਤੇ ਉਹਦੇ ਜੈਸੀ ਹੈ। ਇਸ ਨੂੰ ਤਾਂ ਕੋਈ ਕੱਟ ਨਹੀਂ ਸਕਦਾ, ਸ਼ਾਸਤਰ ਦੁਆਰਾ ਇਸ ਨੂੰ ਕੱਟਿਆ ਨਹੀਂ ਜਾ ਸਕਦਾ, ਅੱਗ ਇਸ ਨੂੰ ਸਾੜ ਨਹੀਂ ਸਕਦੀ, ਜਾਂ ਪਾਣੀ ਇਸ ਨੂੰ ਡੋਬ ਨਹੀਂ ਸਕਦਾ। ਤਤਸਾਰ ਤੇ ਗੀਤਾ ਦਾ ਇਹੋ ਹੀ ਹੈ ਨਾ। ਵਿਸਥਾਰ ਭਾਵੇਂ ਆਪਾਂ ਜਿੰਨਾ ਮਰਜ਼ੀ ਲੰਮਾ ਕਰ ਲਈਏ। ਹੁਣ ਅਰਜਨ ਨੂੰ ਇਹ ਉਪਦੇਸ਼ ਦ੍ਰਿੜ ਕਰਵਾਉਣਾ ਪਿਆ। ਭਗਵਾਨ ਕ੍ਰਿਸ਼ਨ ਜੀ ਨੇ ਇਸ ਗੱਲ ਦੀ ਜ਼ਰੂਰਤ ਮਹਿਸੂਸ ਕੀਤੀ, ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਬਤ ਇੱਥੇ ਭੱਟਾਂ ਨੇ ਕਥਨ ਕੀਤਾ ਹੈ ਕਿ ਨਾ ਤੇ ਉਹਨਾਂ ਦਾ ਵੀ ਅਰਜਨ ਹੈ, ਪਰ ਉਹਨਾਂ ਦਾ ਮਨ ਚਲਾਇਮਾਨ ਨਹੀਂ ਹੋਇਆ। ਉਹਨਾਂ ਦੇ ਸਾਹਮਣੇ ਵੀ ਕੋਈ ਆਦਰਸ਼ ਹੈ। ਉਹ ਆਦਰਸ਼ ਕੀ ਹੈ? ਇੱਕ ਤੇ ਜੋ ਆਪ ਨੇ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕੀਤੀ, ਵੀ ਇਹਦੇ ਵਿੱਚ ਕੋਈ ਅਦਲਾ ਬਦਲੀ, ਕੋਈ ਤਬਦੀਲੀ ਨਹੀਂ ਹੋਵੇਗੀ। ਬਾਦਸ਼ਾਹ ਜਹਾਂਗੀਰ ਚਾਹੁੰਦਾ ਕਿ ਇਹਦੇ ਵਿੱਚ ਕੋਈ ਅਦਲਾ ਬਦਲੀ ਕਰ ਦਿੱਤੀ ਜਾਵੇ। ਉਹ ਤਾਰੀਫ ਵੀ ਕਰ ਰਿਹਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿ ਤੁਸੀਂ ਇਹ ਧਾਰਮਿਕ ਗ੍ਰੰਥ ਤਿਆਰ ਕੀਤਾ। ਮੈਂ ਸੁਣਿਆ ਇਹਦੇ ਵਿੱਚ ਤੁਸੀਂ ਹਿੰਦੂ ਭਗਤਾਂ ਦੀ ਬਾਣੀ ਵੀ ਦਰਜ ਕੀਤੀ ਹੈ, ਨਾਲ ਮੁਸਲਮਾਨ ਫਕੀਰਾਂ ਦੀ ਬਾਣੀ ਨੂੰ ਵੀ ਇਹਦੇ ਵਿੱਚ ਥਾਂ ਦਿੱਤੀ ਹੈ। ਤੁਹਾਡਾ ਇਹ ਕਾਰਜ ਬਹੁਤ ਸ਼ਲਾਘਾਯੋਗ ਹੈ। ਹੋਰ ਵੀ ਚੰਗਾ ਹੋਵੇ ਜੇ ਤੁਸੀਂ ਇਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ 4 ਲਫ਼ਜ਼ ਪਾ ਦੇਵੋ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਇਹ ਬਾਦਸ਼ਾਹ ਇਹ ਕਾਰਜ ਇੱਕ ਵਾਰ ਹੁਣ ਸੰਪੂਰਨ ਹੋ ਗਿਆ ਹੈ, ਇਹਦੇ ਵਿੱਚ ਹੁਣ ਕੋਈ ਵਾਧ ਘਾਟ ਨਹੀਂ ਹੋ ਸਕਦੀ। ਜੇ ਅੱਜ ਅਸੀਂ ਤੇਰੇ ਜ਼ੇਰੇ ਅਸਰ ਹੋ ਕੇ ਇਹਦੇ ਵਿੱਚ ਕੋਈ ਤਬਦੀਲੀ ਕਰਦੇ ਹਾਂ, ਫਿਰ ਕੱਲ ਨੂੰ ਇਹ ਸਿਲਸਿਲਾ ਇੱਕ ਵਾਰ ਇਹੋ ਜਿਹਾ ਸ਼ੁਰੂ ਹੋਵੇਗਾ ਜਿਹੜਾ ਕਿਤੇ ਬੰਦ ਹੋਣ ਦਾ ਨਾਂ ਹੀ ਨਹੀਂ ਲਏਗਾ। ਸਤਿਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਪਰ ਝੂਠਾ ਦੋਸ਼ ਲਾ ਕੇ ਉਹਨਾਂ ਨੂੰ 2 ਲੱਖ ਰੁਪਇਆ ਜੁਰਮਾਨਾ ਕਰਦਾ ਹੈ ਕਿ ਤੁਸੀਂ ਮੇਰੇ ਬਾਗੀ ਪੁੱਤਰ ਨੂੰ ਪਨਾਹ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਉੱਤਰ ਦਿੰਦੇ ਨੇ ਵੀ ਤੇਰਾ ਪੁੱਤਰ ਸਾਡੇ ਦਰਬਾਰ ਦੇ ਵਿੱਚ ਆਇਆ, ਜਿਸ ਤਰ੍ਹਾਂ ਹੋਰ ਸੰਗਤਾਂ ਆਉਂਦੀਆਂ ਨੇ, ਉੱਥੇ ਕਿਸੇ ਵਾਸਤੇ ਬੰਦਿਸ਼ ਤੇ ਹੈ ਨਹੀਂ। ਉਸਨੇ ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਛਕਿਆ, ਗੁਰੂ ਘਰੋਂ ਉਸ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਹੋਈ। ਕਿਸੇ ਵੇਲੇ ਤੇਰਾ ਪਿਤਾ ਆਇਆ ਸੀ,
कल तेरा पुत्र आ गया, तेरा पिता भी साहिब गुरु अमरदास जी महाराज के लंगर दे विचों प्रसाद पानी भोजन छक गया। तेरा पुत्र आया, उसने भी गुरु के लंगरों भोजन अपने साथियों समेत प्रसाद पानी छकिया। साडा ते इस गल नाल कोई वास्ता नहीं, ये तो तुहाडा परिवार का मामला है, उसने बगावत की है या नहीं, असीं साडा की लेना देना इस गल दे नाल। असीं उसनूं बागी जान के नहीं, बल्कि गुरु नानक दे घर विच आया अभ्यागत अतिथि जान के उसनूं गुरु के लंगरों प्रसाद पानी छकाया। पर बादशाह कहन लगा तुसीं बहुत वड्डा अपराध कीता है। सतगुरु जी कहन लगे भी जे ये अपराध है, ये अपराध तो असीं रोज करते हाँ, पिछे करते आए हाँ, अगों वास्ते भी संगतां नूं गुरु को लंगरों प्रसाद पानी ये मिलता ही रहेगा बिना किसी वितकरे तो। पर बादशाह जहांगीर कहन लगा भी तुहानूं इस दोष के बदले 2 लाख रुपया जुर्माना किया जाता है। सतगुरु जी कहन लगे भी 2 लाख रुपया इतनी वड्डी रकम असीं किवें अदा कर सकते हैं? साडे पास ना कोई जागीर, ना साडे पास कोई आमदन का हीला वसीला। कहन लगा तुहाडे पास किहड़ी चीज़ का घाटा है? तुहाडे पास ते माया का मींह बरसदा है। साहिब गुरु अर्जन देव जी महाराज जान गए भी बादशाह की अख संगतां दीआं कार भेटावां दे उपर है। कहण लगे ऐ बादशाह, जिहड़ी तूं गल कर रही है भी तुहाडे पास तुहाडे अगे ते माया दा मींह बरसदा है, वो है संगतां दी खून पसीने दी कमाई। उसनूं परोपकार दे कारजां दे विच खर्च के सफल ते कीता जा सकदा है। 2 लाख ते दूर की गल रही, वो 2 कौडियां भी शाही खजाने वास्ते नहीं दित्तियां जा सकदियां। तो सार संगत ये साहिब गुरु अर्जन देव जी महाराज का आदर्श है। जिहड़ियां संगतां दीआं कार भेटावां, संगतां दी खून पसीने की कमाई सिर्फ और सिर्फ परोपकार के कारजां उपर ही खर्च होनी चाहिए है। ये सतगुरु जी का संदेश है अपनी उम्मत अपने पैरोकारां वास्ते। हुण असीं भी ध्यान देना, असीं उहदे उपर किन्ना क पहरा दे रहे हाँ। हाँ, धन गुरु अर्जन देव जी महाराज के सामने यह दूसरा आदर्श है। साफ इनकार कर दिता कि संगतां दी ये भेटा शाही खजाने वास्ते नहीं दी जा सकती। असीं अपराध ही किहड़ा कीता जिहदे बदले असीं इतना वड्डा जुर्माना अदा करिए? नाल साडे पास ते अपनी कोई वस्तु है ही नहीं, साडे पास अपना कोई आमदन का हीला वसीला ही नहीं, ये सारी माया संगतां दी ही है। फिर तीसरी गल बादशाह कह रहा है भी जे तुसीं इतना जुर्माना अदा नहीं कर सकते, फिर तीसरी गल तुसीं कलमा पढ़ लो, दीन इस्लाम कबूल कर लो। वो सार संगत ये गल किवें हो सकती है? सतगुरु जी कहन लगे बादशाह, तैनूं अपना दीन प्यारा भी सानूं अपना धर्म प्यारा है। असीं अपना सोए धर्म भी नहीं छड्ड सकते। वो सार संगत ऐ धन गुरु अर्जन देव जी महाराज के आदर्श ने, ये उन्हां दे सामने ने। एक पास हिंदुस्तान की हुकूमत है, हिंदुस्तान का चक्रवर्ती बादशाह है, और दूसरे पासे धन गुरु अर्जन देव जी महाराज। वो भावें उन्हां दी जिहड़ी हैसियत है ना, उन्हां दे सामने बादशाह जहांगीर की चीज़ है। जिहड़ा सतगुरु जी का मुरातबा है, सतगुरु सच्चा पातशाह होर बादशाह कूड़े दुनियारे। पर फिर भी दुनियावी नुकता निगाह तो बादशाह तो यह समझदा है फकीरी गद्दी के मालक ने, मैं हिंदुस्तान का चक्रवर्ती बादशाह। 「 हाँ, पर गुरु अर्जन देव जी महाराज ने はい、 हाँ, 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 はい、 हाँ
ਕਿਸੇ ਬੜੇ ਪਾਤਸ਼ਾਹ ਦੀ ਪ੍ਰਵਾਹ ਨਹੀਂ ਕੀਤੀ, ਆਪਣੇ ਆਦਰਸ਼ ਤੋਂ ਚਲਾਏਮਾਨ ਨਹੀਂ ਹੋਏ। ਜਿਸ ਕਰਕੇ ਉਹਨਾਂ ਦੀ ਬਾਬਤ ਭੱਟਾ ਨੇ ਕਥਨ ਕੀਤਾ ਹੈ, ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਾਹੀ। ਇੱਕ ਪਾਠ ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ, ਪਾਰਥ ਉਹ ਚਾਲੈ ਨਾਹੀ, ਅਰਥ ਉਹੋ ਹੀ ਬਣਦਾ ਹੈ ਕਿ ਚਲਾਏਮਾਨ ਨਹੀਂ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਆਦਰਸ਼ ਤੋਂ ਡੋਲੇ ਨਹੀਂ। ਉਹਨਾਂ ਦੇ ਪਾਸ ਕਿਹੜੀ ਐਸੀ ਸ਼ਕਤੀ ਹੈ ਜਿਹੜੀ ਉਹਨਾਂ ਦੇ ਇਰਾਦੇ ਨੂੰ ਇਤਨਾ ਮਜ਼ਬੂਤ ਬਣਾ ਰਹੀ ਹੈ। ਨੇਜਾ ਨਾਮ ਨਿਸ਼ਾਨ, ਜੰਗ ਕਰਨਾ ਹੋਵੇ ਹਥਿਆਰ ਚਾਹੀਦੇ ਨੇ। ਉਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਜਿਹੜਾ ਹਥਿਆਰ ਹੈ, ਨਾਮ ਦਾ ਨੇਜਾ। ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰੇ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਹੈ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸੁਲਤਾਨਪੁਰ ਤੋਂ ਚੱਲੇ ਸਨ ਕਿਸੇ ਵੇਲੇ ਕੋਈ ਜੰਗ ਕਰਨ ਵਾਸਤੇ। ਉਹਨਾਂ ਦੇ ਪਾਸ ਵੀ ਕੋਈ ਸੈਨਾ ਹੈ, ਉਹਨਾਂ ਦੀ ਸੈਨਾ ਦੇ ਪਾਸ ਵੀ ਹਥਿਆਰ ਨੇ। ਆਸਰੀ ਗੁਣਾ ਪਰ ਫਤਿਹ ਹਾਸਲ ਕਰਨ ਵਾਸਤੇ ਆਪ ਸ਼ੁਭ ਗੁਣਾ ਦੀ ਸੈਨਾ ਲਾ ਕੇ ਚੱਲ ਪਏ। ਦਿਗਵਿਜੈ ਹੇਤ ਸਾਜ ਵੇਦੀ ਕੁਲਕੇਤ ਦਲ ਚਲੇ ਦੰਭ ਦਲ ਦੇ ਕੋ ਦਲ ਨ ਵਿਦਾਰਿਆ। ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋਂ ਕਹਿਰਾਨੋਂ ਕਨ ਭਾਰਿਆ। ਜਦੋਂ ਕੋਈ ਫੌਜ ਚੜ੍ਹਾਈ ਕਰਨ ਵਾਸਤੇ ਜਾਂਦੀ ਹੈ ਨਾ, ਅੱਗੇ ਅੱਗੇ ਉਹਨਾਂ ਦਾ ਆਪਣਾ ਝੰਡਾ ਹੁੰਦਾ ਹੈ, ਆਪਣਾ ਨਿਸ਼ਾਨ ਹੁੰਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਸ਼ੁਭ ਗੁਣਾਂ ਦੀ ਸੈਨਾ ਹੈ, ਉਹਨਾਂ ਦੇ ਪਾਸ ਭਗਤੀ ਦਾ ਝੰਡਾ ਹੈ, ਜਿਹਦੇ ਉੱਪਰ ਪ੍ਰੇਮ ਦਾ ਵਸਤਰ ਫਹਿਰਾ ਰਿਹਾ ਹੈ। ਅੱਗੇ ਅੱਗੇ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਦੇ ਨਗਾਰੇ ਵੱਜ ਰਹੇ ਨੇ। ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋਂ ਕਹਿਰਾਨੋਂ ਕਨ ਭਾਰਿਆ। ਉਹਨਾਂ ਦੇ ਪਾਸ ਹਥਿਆਰ ਕਿਹੜੇ ਨੇ? ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸਲੀ ਮੁਖ ਧਾਰਿਆ। ਪਾਸ ਗਿਆਨ ਦੀ ਖੜਗ ਤਲਵਾਰ ਹੈ, ਜੁਗਤ ਦੀ ਕਮਾਨ ਹੈ। ਉਹਦੇ ਉੱਪਰ ਚਾੜ ਕੇ ਜਿਹੜੇ ਤੀਰ ਛੱਡਣੇ ਨੇ ਉਹਨੇ ਸ਼ਬਦਾਂ ਦੇ ਪ੍ਰਮਾਣਾਂ ਦੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸਲੀ ਮੁਖ ਧਾਰਿਆ। ਇੱਕ ਹਥਿਆਰ ਹੋਰ ਵੀ ਹੈ, ਉਹਦਾ ਉਪਯੋਗ ਸਤਿਗੁਰੂ ਜੀ ਕਿਤੇ ਕਿਤੇ ਕਰਦੇ ਨੇ। ਜਦੋਂ ਪਾਖੰਡ ਦਾ ਪਾਪ ਦਾ ਬਹੁਤਾ ਮਜ਼ਬੂਤ ਕਿਲਾ ਦੇਖਦੇ ਨੇ, ਜਿੱਤੇ ਦੁਸ਼ਮਣ ਦੇ ਨਾਲ ਲੜਾਈ ਆਮੋ ਸਾਹਮਣੇ ਹੋਵੇ, ਫਿਰ ਤੇ ਉੱਥੇ ਤੀਰ ਵੀ ਕੰਮ ਕਰ ਦਿੰਦਾ ਹੈ, ਤਲਵਾਰ ਵੀ ਕੰਮ ਕਰ ਦਿੰਦੀ ਹੈ। ਪਰ ਜੇ ਦੁਸ਼ਮਣ ਨੇ ਕਿਸੇ ਮਜ਼ਬੂਤ ਕਿਲੇ ਦੀ ਓਟ ਲਈ ਹੋਵੇ, ਉਹ ਤੀਰ ਤਲਵਾਰ ਕੰਮ ਨਹੀਂ ਕਰਦੇ। ਫਿਰ ਉੱਥੇ ਜਿਹੜੇ ਹਥਿਆਰ ਦੀ ਜ਼ਰੂਰਤ ਪੈਂਦੀ ਹੈ, ਜਹਾਂ ਡਿੱਢ ਕੋਟ ਤਹਾਂ ਕਰਾਮਾਤ ਤੋਪ ਸੰਗ ਢਾਹੇ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਹਾਂ, ਸਾਧ ਸੰਗਤ ਨੂੰ ਕਹਿਣ ਤੋਂ ਭਾਵ ਇਧਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਵੀ ਕਿਹੜਾ ਨੇਜਾ ਹੈ, ਕਿਹੜਾ ਵਰਛਾ ਹੈ? ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਆ। ਖੈਰ ਸਾਰ ਸੰਗਤ ਵਿਚਾਰ ਕਰਨ ਤੋਂ ਭਾਵ ਗੁਰਮੁਖਾਂ ਦਾ ਦੋ ਕਿਸਮ ਦਾ ਜੰਗ ਹੁੰਦਾ ਹੈ। ਇੱਕ ਤੇ ਆਪਣੇ ਅੰਦਰ ਚੱਲਦਾ ਹੈ, ਵਿਕਾਰਾਂ ਨਾਲ ਜੰਗ ਹੋਇਆ ਕਰਦਾ ਹੈ। ਜਿਨ੍ਹਾਂ ਨੇ ਇਸ ਜੰਗ ਦੇ ਵਿੱਚ ਫਤਿਹ ਪ੍ਰਾਪਤ ਕਰ ਲਈ, ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਸੂਰਮੇ ਕਥਨ ਕੀਤਾ ਹੈ। ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਵੇ। ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ। ਹਾਂ, ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ।
ਜਾਂ ਫਿਰ ਜਿਹਨੇ ਆਪਣੇ ਮਨ ਦੇ ਉੱਪਰ ਹੀ ਫਤਿਹ ਪ੍ਰਾਪਤ ਕਰ ਲਈ, ਆਪਣੇ ਮਨ ਨੂੰ ਹੀ ਜਿੱਤ ਲਿਆ। ਭਰਤਰੀ ਜੀ ਦਾ ਕਥਨ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਹਦਾ ਮਨ ਰੂਪੀ ਦੁਸ਼ਮਣ 'ਚ ਜਿਉਂਦਾ ਹੈ, ਦੁਨੀਆ ਭਾਵੇਂ ਜਿੱਤ ਲਈ ਹੋਵੇ ਪਰ ਮਨ ਰੂਪੀ ਦੁਸ਼ਮਣ 'ਚ ਜ਼ਿੰਦਾ ਹੈ, ਤੇ ਸਮਝ ਲਓ ਅਜੇ ਉਸਦੇ ਸਾਰੇ ਦੁਸ਼ਮਣ ਜਿਉਂਦੇ ਨੇ, ਕਿਸੇ ਨੂੰ ਵੀ ਨਹੀਂ ਜਿੱਤਿਆ। ਪਰ ਜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਮਨ ਰਿਪ ਜੀਤਾ। ਹੁਣ ਸਾਰ ਸੰਗਤ ਪੰਕਤੀ ਉਹੋ ਹੀ ਹੈ, ਉਹੋ ਹੀ ਅਲਫਾਜ਼ ਨੇ ਔਰ ਉਹੋ ਹੀ ਉਹਨਾਂ ਦੇ ਸਪੈਲਿੰਗ ਨੇ, ਪਰ ਭਾਵ ਅਰਥ ਦਾ ਜ਼ਮੀਨ ਅਸਮਾਨ ਦਾ ਅਰਥ ਹੈ। ਪਹਿਲਾ ਜੀਤਾ ਤੋਂ ਭਾਵ ਜਿਉਂਦਾ ਹੈ, ਜ਼ਿੰਦਾ ਹੈ। ਜਿਨ੍ਹਾਂ ਦਾ ਮਨ ਰੂਪੀ ਦੁਸ਼ਮਣ ਜ਼ਿੰਦਾ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ, ਸਾਰੇ ਦੁਸ਼ਮਣ ਜੇ ਜ਼ਿੰਦਾ ਨੇ। ਪਰ ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਜਿੱਤ ਲਿਆ, ਮਨ ਰਿਪ ਜੀਤਾ, ਇਹਦੇ ਉੱਪਰ ਫਤਿਹ ਪ੍ਰਾਪਤ ਕਰ ਲਈ ਹੈ, ਸਭ ਰਿਪ ਜੀਤੇ, ਮਾਨੋ ਉਹਨਾਂ ਨੇ ਸਾਰੇ ਹੀ ਆਪਣੇ ਦੁਸ਼ਮਣ ਜਿੱਤ ਲਏ। ਹੋਰ ਕਿਸੇ ਨੂੰ ਜਿੱਤਣ ਦੀ ਲੋੜ ਹੀ ਨਹੀਂ, ਜਿਸ ਨੇ ਮਨ ਜਿੱਤ ਲਿਆ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ, ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਉਦਾਸ ਬੇਨਤੀ ਕਰ ਰਿਹਾ ਸੀ, ਰਾਗੀ ਸਿੰਘ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਕਰ ਰਹੇ ਸਨ। ਮਾਨੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੀ ਸ਼ਖਸੀਅਤ ਦੀ ਤਸਵੀਰ ਸਾਡੇ ਸਾਹਮਣੇ ਲਿਆ ਕੇ ਉਹਨਾਂ ਨੇ ਖੜੀ ਕਰ ਦਿੱਤੀ ਕਿ ਉਹਨਾਂ ਨੇ ਇਹਨਾਂ ਵਿਕਾਰਾਂ ਦੇ ਉੱਪਰ ਵੀ ਫਤਿਹ ਪ੍ਰਾਪਤ ਕੀਤੀ। ਔਰ ਫਿਰ ਜੋ ਸੂਰਬੀਰ ਦੀ ਹੋਰ ਵੀ ਪਰਿਭਾਸ਼ਾ ਹੈ ਗੁਰਬਾਣੀ ਦੇ ਵਿੱਚ, ਸੂਰਾ ਸੋ ਪਹਿਚਾਨੀਐ ਉਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੈ ਖੇਤ। ਜਾਓ ਤਾਓ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹ ਜੇ ਸੂਰਬੀਰ ਵੀ ਆਪਨੇ ਸੰਸਾਰ ਨੂੰ ਬਣ ਕੇ ਦਿਖਾਇਆ ਕਿ ਵੀਰ ਮੋਹੇ ਮਰਨੇ ਕਾ ਚਾਓ ਹੈ, ਮਰਉ ਤਾਂ ਹਰ ਕੇ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਸੋ ਆਓ ਆਪ ਸਭ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਇੱਥੇ ਮਹਾਂਪੁਰਖਾਂ ਦਾ ਜੋ ਪਾਵਨ ਪਵਿੱਤਰ ਸਥਾਨ ਦਮਦਮੀ ਟਕਸਾਲ ਦਾ ਜੋ ਹੈੱਡਕੁਆਟਰ ਹੈ, ਮੁੱਖ ਕੇਂਦਰੀ ਸਥਾਨ, ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਹੋ। ਹੁਣ ਤੱਕ ਆਪਨੇ ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣਿਆ ਹੈ। ਇਹ ਗੁਰਬਾਣੀ ਦੇ ਕੀਰਤਨ ਦਾ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਪ੍ਰਵਾਹ ਇਸੇ ਵਿੱਚ ਬਾਹਰ ਹੁੰਦਾ ਹੈ, ਅਮਰੀਕਾ ਜਾਂ ਕੈਨੇਡਾ ਦੇ ਵਿੱਚ। ਪਰ ਇਸ ਵਾਰ ਸਬੱਬ ਬਣਿਆ, ਮਹਾਂਪੁਰਖਾਂ ਦਾ ਹੁਕਮ ਹੋਇਆ ਇਸ ਸ਼ਰਧਾਂਜਲੀ, ਇਸ ਸ਼ਹੀਦੀ ਸਮਾਗਮ ਤੇ ਹਾਜ਼ਰੀ ਭਰਨ ਦਾ ਸਤਿਗੁਰੂ ਜੀ ਨੇ ਅਵਸਰ ਦਿੱਤਾ। ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ। ਸੋ ਦਾਸਾਂ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਹਾਜ਼ਰੀ ਤੇ ਮੈਂ ਪਰਸੋਂ ਦੇ ਦੀਵਾਨ ਦੇ ਵਿੱਚ ਭਰਨੀ ਸੀ, ਪਰ ਕੱਲ੍ਹ ਦੀ ਮੇਰੀ ਫਲਾਈਟ ਹੋਣ ਕਰਕੇ ਮੇਰੀ ਮਜਬੂਰੀ ਸੀ, ਇਸ ਕਰਕੇ ਅੱਜ ਹੀ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਹੈ ਇਤਨੀ ਕੁ ਹਾਜ਼ਰੀ ਪ੍ਰਵਾਨ ਕਰ ਲੈਣੀ, ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।